ਹੈਲੋ ਸਟੂਡੈਂਟਸ, ਹਾਊ ਆਰ ਯੂ? ਅੱਜ ਅਸੀਂ ਸ਼ੁਰੂ ਕਰਨ ਜਾ ਰਹੇ ਹਾਂ ਇੱਕ ਬਹੁਤ ਹੀ ਅੱਛੀ ਮੋਟੀਵੇਸ਼ਨਲ ਪੋਇਮ, ਡੋਂਟ ਕੁਇਟ। ਇਹ ਵੈਸੇ ਵੀ ਮੇਰੇ ਦਿਲ ਦੇ ਬਹੁਤ ਕਰੀਬ ਹੈ, ਕਿਉਂਕਿ ਜਦੋਂ ਮੈਂ ਗਿਨੀਜ਼ ਵਰਲਡ ਰਿਕਾਰਡ ਬਣਾਇਆ ਸੀ ਤੇ ਉਦੋਂ ਇਹ ਪੋਇਮ ਮੈਂ ਆਪਣੀ ਡਾਇਰੀ ਤੇ ਲਿਖੀ ਹੋਈ ਸੀ ਤੇ ਮੈਂ ਬਾਰ-ਬਾਰ ਪੜ੍ਹਦਾ ਸੀ ਤਾਂ ਕਿ ਮੈਨੂੰ ਮੋਟੀਵੇਸ਼ਨ ਮਿਲੇ ਕਿ ਹਾਂ, ਮੈਂ ਜੋ ਰਿਕਾਰਡ ਅਟੈਂਪਟ ਸ਼ੁਰੂ ਕੀਤੀ ਹੈ ਮੈਂ ਵਿੱਚੇ ਨਾ ਛੱਡ ਦੇਵਾਂ, ਇਹਨੂੰ ਕੁਇਟ ਨਾ ਕਰਾਂ। ਸੋ ਇਸ ਪੋਇਮ ਦੇ ਵਿੱਚ ਵੀ ਲਿਖਿਆ ਹੈ ਡੋਂਟ ਕੁਇਟ, ਕਿ ਕੋਈ ਵੀ ਕੰਮ ਜੋ ਤੁਸੀਂ ਸ਼ੁਰੂ ਕੀਤਾ ਉਹਨੂੰ ਵਿੱਚ ਨਾ ਛੱਡੋ। ਸੋ ਇਸ ਤੋਂ ਪਹਿਲਾਂ ਕਿ ਇਹ ਪੋਇਮ ਸਟਾਰਟ ਕਰੀਏ, ਇੱਕ ਛੋਟੀ ਜਿਹੀ ਸਟੋਰੀ ਮੈਂ ਤੁਹਾਡੇ ਨਾਲ ਸਾਂਝੀ ਕਰਕੇ ਫਿਰ ਅਸੀਂ ਪੋਇਮ ਸ਼ੁਰੂ ਕਰਦੇ ਹਾਂ ਤਾਂ ਕਿ ਮਾਹੌਲ ਬਣ ਜਾਏ। ਸੋ ਇੱਕ ਬਹੁਤ ਭਗਤ ਬੰਦਾ ਹੈ ਨਾ, ਇੱਕ ਬਹੁਤ ਜ਼ਿਆਦਾ ਰੱਬ ਨੂੰ ਪੂਜਣ ਵਾਲਾ ਬੰਦਾ, ਰੱਬ ਦੀ ਬਹੁਤ ਭਗਤੀ ਕਰਦਾ ਸੀ। ਕਹਿੰਦੇ ਰੱਬ ਜੀ ਪ੍ਰਸੰਨ ਹੋਏ, ਉਹਨਾਂ ਨੇ ਆਪਣਾ ਕੋਈ ਐਂਜਲ ਭੇਜਿਆ ਕਿ ਹਾਂਜੀ ਦੱਸੋ ਤੁਹਾਨੂੰ ਕੀ ਚਾਹੀਦਾ, ਵੀ ਗੋਡ ਤੁਹਾਡੇ ਤੇ ਬਹੁਤ ਪ੍ਰਸੰਨ ਹੋਏ ਨੇ। ਤੇ ਉਹ ਕਹਿੰਦੇ ਮੈਨੂੰ ਹੋਰ ਕੁਝ ਨਹੀਂ ਚਾਹੀਦਾ, ਮੈਂ ਦੇਖਣਾ ਚਾਹੁੰਦਾ ਕਿ ਪਰਮਾਤਮਾ ਇਹ ਸਾਰੀ ਸ੍ਰਿਸ਼ਟੀ ਨੂੰ ਕਿੱਦਾਂ ਮੈਨੇਜ ਕਰਦਾ ਹੈ, ਉਹਦਾ ਸਿਸਟਮ ਕੀ ਹੈ। ਤੇ ਐਂਜਲ ਕਹਿੰਦਾ ਯਾਰ ਇਹ ਤੂੰ ਫਿਰ ਇੱਦਾਂ ਖੁੱਲੀਆਂ ਅੱਖਾਂ ਨਾਲ ਤਾਂ ਨਹੀਂ ਦੇਖ ਸਕੇਗਾ। ਕਹਿੰਦਾ ਇਸ ਤਰ੍ਹਾਂ ਕਰਦੇ ਹਾਂ ਕਿ ਇਹ ਸਾਰਾ ਕੁਝ ਤੁਹਾਨੂੰ ਮੈਂ ਅੱਜ ਸੁਪਨੇ ਵਿੱਚ ਦਿਖਾਵਾਂਗਾ, ਤੁਹਾਨੂੰ ਸਾਰੀ ਸ੍ਰਿਸ਼ਟੀ ਦੇ ਸਿਸਟਮ ਦੇ ਦਰਸ਼ਨ ਕਰਾਵਾਂਗਾ ਵੀ ਇਹ ਸਾਰਾ ਕੁਝ ਮੈਨੇਜ ਕਿੱਦਾਂ ਕਰੀਦਾ। ਲਓ ਜੀ, ਉਹ ਸੌ ਜਾਂਦਾ ਰਾਤ ਨੂੰ ਤੇ ਉਹਨੂੰ ਸੁਪਨਾ ਆਉਂਦਾ ਤੇ ਐਂਜਲ ਆਉਂਦਾ ਉਹਨੂੰ ਲੈਣ ਵਾਸਤੇ, ਕਹਿੰਦਾ ਆ ਜਾ ਤੈਨੂੰ ਮੈਂ ਸਾਰਾ ਸਿਸਟਮ ਦਿਖਾਣਾ। ਸੋ ਸਾਰਾ ਸਿਸਟਮ ਦਿਖਾਉਂਦੇ ਨੇ ਕਿ ਕਿਸ ਤਰ੍ਹਾਂ ਜਨਮ ਮਰਨ ਹੁੰਦਾ, ਹਰ ਚੀਜ਼ ਪਿੱਛੇ ਕੀ ਕਾਰਨ ਹੁੰਦਾ, ਰੱਬ ਕੋਈ ਵੀ ਕੰਮ ਕਰਦਾ ਤੇ ਕਿਉਂ ਕਰਦਾ ਹੈ, ਠੀਕ ਹੈ, ਹਰ ਹੋਣੀ ਪਿੱਛੇ ਤੇ ਅਨਹੋਣੀ ਪਿੱਛੇ ਕੀ ਕਾਰਨ ਹੁੰਦਾ, ਇਸ ਸਾਰੀ ਸ੍ਰਿਸ਼ਟੀ ਨੂੰ ਚਲਾਉਣ ਦਾ ਸਿਸਟਮ ਕੀ ਹੈ, ਸਾਰਾ ਕੁਝ ਦਿਖਾਉਂਦੇ ਨੇ। ਕਿਹੜੇ ਕਿਹੜੇ ਡਿਪਾਰਟਮੈਂਟਸ ਬਣੇ ਹੋਏ ਨੇ ਉਹ ਵੀ ਦਿਖਾਉਂਦੇ ਨੇ, ਠੀਕ। ਸੋ ਸਾਰੀ ਆਰਗੇਨਾਈਜੇਸ਼ਨ ਦੇ ਦਰਸ਼ਨ ਉਹ ਐਂਜਲ ਕਰਵਾਉਂਦਾ ਤੇ ਅਖੀਰ ਤੇ ਸੁਪਨੇ ਦੇ ਖਤਮ ਹੋਣ ਤੋਂ ਪਹਿਲਾਂ ਉਹ ਦੇਖਦਾ ਇੱਕ ਬਹੁਤ ਵੱਡੀ ਬਿਲਡਿੰਗ ਹੈ ਜਿਹੜੀ ਕਿ ਹਜੇ ਉਹਨੇ ਨਹੀਂ ਦੇਖੀ। ਸੋ ਉਹਨੂੰ ਬੜੀ ਕਿਉਰਿਓਸਿਟੀ ਹੁੰਦੀ ਹੈ ਤੇ ਉਹ ਐਂਜਲ ਕੋਲ ਪੁੱਛਦਾ ਕਿ ਯਾਰ ਬਾਕੀ ਸਾਰੇ ਡਿਪਾਰਟਮੈਂਟ ਤਾਂ ਦੇਖੇ, ਇਹ ਸਾਰੇ ਡਿਪਾਰਟਮੈਂਟਸ ਦੇ ਵਿੱਚ ਇਹ ਜਿਹੜੀ ਬਿਲਡਿੰਗ ਹੈ ਸਭ ਤੋਂ ਵੱਡੀ ਹੈ, ਇਹ ਕੀ ਹੈ? ਤੇ ਉਸ ਐਂਜਲ ਨੇ ਕਿਹਾ ਇਹ ਸਾਡਾ ਟਰੈਸ਼ ਹਾਊਸ ਹੈ, ਠੀਕ ਹੈ, ਜਿੱਥੇ ਅਸੀਂ ਸਾਰਾ ਟਰੈਸ਼ ਰੱਖਦੇ ਹਾਂ, ਭਾਵ ਕੂੜਾ ਕਰਕਟ, ਜੋ ਚੀਜ਼ ਵੇਸਟ ਹੋ ਜਾਂਦੀ ਹੈ ਅਸੀਂ ਇੱਥੇ ਸੁੱਟ ਦਿੰਦੇ ਹਾਂ। ਉਹ ਬੜਾ ਹੈਰਾਨ ਹੁੰਦਾ, ਕਹਿੰਦਾ ਰੱਬ ਦੇ ਸਿਸਟਮ ਦੇ ਵਿੱਚ ਵੀ ਕੋਈ ਚੀਜ਼ ਵੇਸਟ ਹੁੰਦੀ ਹੈ? ਕਹਿੰਦਾ ਹਾਂ। ਕਹਿੰਦਾ ਦੇਖੋ, ਜਦੋਂ ਵੀ ਕੋਈ ਬੰਦਾ ਅਰਦਾਸ ਕਰਦਾ ਕਿ ਹੇ ਰੱਬ ਜੀ ਮੈਂ ਆਹ ਚੀਜ਼ ਪ੍ਰਾਪਤ ਕਰਨਾ ਚਾਹੁੰਦਾ, ਤੇ ਅਰਦਾਸ ਕਰਨ ਤੋਂ ਬਾਅਦ ਉਹ ਕੋਸ਼ਿਸ਼ਾਂ ਸ਼ੁਰੂ ਕਰ ਦਿੰਦਾ ਆਪਣੀਆਂ ਕਰਨੀਆਂ ਕਿ ਹਾਂ ਮੈਂ ਚੀਜ਼ ਪ੍ਰਾਪਤ ਕਰਨੀ ਹੈ। ਕਹਿੰਦਾ ਇੱਧਰ ਅਸੀਂ ਵੀ ਉਹ ਚੀਜ਼ ਜੋ ਚਾਹੁੰਦਾ ਹੁੰਦਾ ਅਸੀਂ ਇੱਥੇ ਉਹਦੇ ਲਈ ਬਣਾਉਣੀ ਸ਼ੁਰੂ ਕਰ ਦਿੰਦੇ ਹਾਂ। ਜਿਵੇਂ ਕੋਈ ਚਾਹੁੰਦਾ ਕਿ ਮੈਨੂੰ ਸੁੰਦਰ ਘਰ ਚਾਹੀਦਾ, ਅਸੀਂ ਉਹਦੇ ਲਈ ਸੁੰਦਰ ਘਰ ਬਣਾਉਣਾ ਸ਼ੁਰੂ ਕਰ ਦਿੰਦੇ ਹਾਂ। ਕੋਈ ਕਹਿੰਦਾ ਮੈਨੂੰ ਡਿਗਰੀ ਚਾਹੀਦੀ ਹੈ, ਅਸੀਂ ਉਹਦੇ ਲਈ ਇੱਥੇ ਡਿਗਰੀ ਤਿਆਰ ਕਰਨੀ ਸ਼ੁਰੂ ਕਰ ਦਿੰਦੇ ਹਾਂ। ਸੋ ਸਾਰਿਆਂ ਦੀਆਂ ਜੋ ਅਲੱਗ-ਅਲੱਗ ਡਿਮਾਂਡਸ ਹੁੰਦੀਆਂ ਅਸੀਂ ਇੱਥੇ ਪੂਰੀਆਂ ਕਰਨੀਆਂ ਸ਼ੁਰੂ ਕਰ ਦਿੰਦੇ ਹਾਂ। ਤੇ ਕਹਿੰਦੇ ਪਤਾ ਨਹੀਂ ਕੀ ਹੁੰਦਾ, ਜਦੋਂ ਬੰਦੇ ਦੀ ਉਹ ਚੀਜ਼ ਪੂਰੀ ਹੋਣ ਲੱਗਦੀ ਹੈ, ਭਾਵ ਬੰਦਾ ਆਪਣੀ ਮੰਜ਼ਿਲ ਦੇ ਕੋਲ ਪਹੁੰਚਿਆ ਹੁੰਦਾ ਹੈ, ਤੇ ਇੱਕਦਮ ਪਤਾ ਨਹੀਂ ਉਹਦੇ ਦਿਮਾਗ 'ਚ ਕੀ ਆਉਂਦਾ ਕਿ ਅਕਸਰ ਉਹ ਆਪਣੀ ਮਿਹਨਤ ਨੂੰ ਕੁਇਟ ਕਰ ਦਿੰਦਾ, ਛੱਡ ਦਿੰਦਾ ਮਿਹਨਤ ਕਰਨਾ, ਉਹਦਾ ਭਰੋਸਾ ਟੁੱਟ ਜਾਂਦਾ ਹੈ। ਤੇ ਅਸੀਂ ਵੀ ਫਿਰ ਕੀ ਕਰਦੇ ਹਾਂ, ਥੋੜ੍ਹੀ ਦੇਰ ਉਡੀਕ ਕਰੀਦੀ ਹੈ ਤੇ ਜੋ ਵਾਪਸ ਪਰਤ ਕੇ ਨਹੀਂ ਆਉਂਦਾ ਤੇ ਅਸੀਂ ਵੀ ਉਹ ਜਿਹੜੀ ਚੀਜ਼ ਇੱਥੇ ਬਣਾਈ ਹੁੰਦੀ ਹੈ ਉਹ ਇਸ ਟਰੈਸ਼ ਹਾਊਸ ਵਿੱਚ ਸੁੱਟ ਦੀਦੀ ਹੈ ਕਿ ਹਾਂ ਇਹ ਸਾਡੇ ਲਈ ਵੇਸਟ ਹੋ ਗਈ, ਇਹਨੂੰ ਹੁਣ ਇਹਦੇ ਵਿੱਚ ਪਾ ਦਿਓ। ਸੋ ਇਸ ਕਰਕੇ ਬਿਲਡਿੰਗ ਬਹੁਤ ਵੱਡੀ ਹੈ, ਕਿਉਂਕਿ ਬਹੁਤ ਸਾਰੇ ਬੰਦੇ ਅਕਸਰ ਮਿਹਨਤ ਕਰਦੇ ਕਰਦੇ ਵਿੱਚੇ ਹੀ ਛੱਡ ਜਾਂਦੇ ਹਨ, ਉਹਨਾਂ ਦਾ ਭਰੋਸਾ ਟੁੱਟ ਜਾਂਦਾ ਹੈ, ਮਿਹਨਤ ਕਰਨੀ ਬੰਦ ਕਰ ਦਿੰਦੇ ਹਨ, ਉਹ ਕੁਇਟ ਕਰ ਜਾਂਦੇ ਹਨ ਤੇ ਸਾਡੀਆਂ ਇੱਥੇ ਉਹਨਾਂ ਲਈ ਬਣਾਈਆਂ ਹੋਈਆਂ ਚੀਜ਼ਾਂ ਵੇਸਟ ਹੋ ਜਾਂਦੀਆਂ ਹਨ ਤੇ ਸਾਨੂੰ ਉਹ ਸੁੱਟਣੀਆਂ ਪੈਂਦੀਆਂ ਹਨ। ਇਸ ਕਰਕੇ ਅਸੀਂ ਇਸ ਪਰਪਸ ਲਈ ਅਸੀਂ ਇੱਕ ਵੱਡੀ ਬਿਲਡਿੰਗ ਬਣਾਈ ਹੈ। ਤੇ ਬੰਦਾ ਇਹੀ ਸੋਚਦਾ ਰਹਿੰਦਾ ਕਿ ਰੱਬ ਦੀ ਪਤਾ ਨਹੀਂ ਸਾਡੇ ਨਾਲ ਕੀ ਦੁਸ਼ਮਣੀ ਹੈ ਕਿ ਉਹ ਸਾਡੀ ਗੱਲ ਕਿਉਂ ਨਹੀਂ ਸੁਣਦਾ। ਉਹਨਾਂ ਨੂੰ ਇਹ ਨਹੀਂ ਪਤਾ ਹੁੰਦਾ ਕਿ ਅਸੀਂ ਹੀ ਬਹੁਤ ਜਲਦੀ ਕੁਇਟ ਕਰ ਜਾਂਦੇ ਹਾਂ। ਸੋ ਜਿੱਦਾਂ ਇੱਕ ਸ਼ੇਅਰ ਵੀ ਹੈ ਨਾ ਕਿ ਮੇਰਾ ਔਰ ਮੰਜ਼ਿਲ का फासला 2 कदम ही था, लेकिन 1 कदम डगमगाया, दूसरा ਉੱਠ ਹੀ ਨਹੀਂ ਪਾਇਆ। ਸੋ ਕਈ ਵਾਰ ਸਾਡਾ ਕਦਮ ਇਹੋ ਜਿਹਾ ਡਗਮਗਾਉਂਦਾ ਕਿ ਦੂਜਾ ਕਦਮ ਚੱਕਣ ਦੀ ਹਿੰਮਤ ਨਹੀਂ ਪੈਂਦੀ। ਸੋ ਇਹੋ ਜਿਹੀ ਹੀ ਫੀਲਿੰਗਸ ਇਸ ਕਵਿਤਾ ਦੇ ਵਿੱਚ, ਇਸ ਪੋਇਮ ਦੇ ਵਿੱਚ ਬਿਆਨ ਕੀਤੀ ਹੋਈ ਹੈ। ਆਓ ਅਸੀਂ ਇਹਨੂੰ ਪੜ੍ਹੀਏ ਤੇ ਇਹਨੂੰ ਇੰਜੋਏ ਕਰੀਏ, ਤੇ ਇਕੱਲਾ ਇੰਜੋਏ ਨਾ ਕਰੀਏ, ਇਸ ਤੋਂ ਮੋਟੀਵੇਸ਼ਨ ਲੈ ਕੇ ਕੁਝ ਨਾ ਕੁਝ ਲਾਈਫ ਵਿੱਚ ਨਵਾਂ ਕਰਨ ਦੀ ਵੀ ਠਾਣੀ ਹੈ, ਠੀਕ ਹੈ। ਲੈਟਸ ਸਟਾਰਟ। ਐਕਟੀਵਿਟੀ 1, ਵਰਡ ਮੀਨਿੰਗ। ਟਰਜਿੰਗ, ਹੌਲੀ ਹੌਲੀ ਚੱਲਣਾ। ਕੇਅਰ, ਧਿਆਨ ਨਾਲ, ਸਾਵਧਾਨੀ ਨਾਲ। ਕੁਅਰ, ਅਨੋਖਾ, ਵਿਚਿੱਤਰ। ਟਵਿਸਟਸ ਐਂਡ ਟਰਨ, ਉਤਾਰ ਚੜਾ। ਸਟਕ ਆਊਟ, ਛੱਡ ਜਾਣਾ, ਇਨਕਾਰ ਕਰਨਾ। ਬਲੋ, ਪ੍ਰਹਾਰ, ਕੋਸ਼ਿਸ਼। ਫੇਂਟ ਐਂਡ ਫਾਲਟਰਿੰਗ,
ਧੁੰਦਲੀ ਅਤੇ ਰਾਹ ਭਟਕਾਉਣ ਵਾਲੀ, ਵਿਕਟਰ ਜੇਤੂ, ਗੋਲਡਨ ਕਰਾਊਨ ਜਿੱਤ ਦਾ ਸੁਨਹਿਰੀ ਤਾਜ, ਟਿੰਟ ਹਲਕੇ ਰੰਗ ਦੀ, ਆਫਟਰ ਬਾਅਦ ਵਿੱਚ, ਹਾਰਡੈਸਟ ਸਭ ਤੋਂ ਕਠੋਰ ਜ਼ੋਰ ਨਾਲ। when things go wrong ਕਿ ਜਦੋਂ ਅਸੀਂ ਕੰਮ ਕਰਨ ਲੱਗਦੇ ਹਾਂ ਬੜੇ ਉਤਸ਼ਾਹ ਦੇ ਨਾਲ ਕਿ ਹਾਂ ਜੀ ਸਾਰਾ ਕੁਝ ਬਹੁਤ ਵਧੀਆ ਹੋਏਗਾ, ਮੈਂ ਮਿਹਨਤ ਕਰ ਰਿਹਾ ਵਾਂ, ਮੇਰੇ ਕੋਲ ਆ ਵੀ ਹੈ, ਮੇਰੇ ਕੋਲ ਉਹ ਵੀ ਹੈ, ਮੈਂ ਦਿਨ ਰਾਤ ਇੱਕ ਕਰ ਦਾਂਗਾ, ਪਰ ਜਦੋਂ ਸਾਹਮਣੇ ਨਤੀਜੇ ਉਹੋ ਜਿਹੇ ਨਾ ਮਿਲਣ, ਤੁਸੀਂ ਬਹੁਤ ਚਾਈਂ ਕੰਮ ਕਰੋ ਤੇ ਸਾਹਮਣੇ ਉਹ ਨੈਗੇਟਿਵ ਰਿਸਪੌਂਸ ਮਿਲੇ, ਤੁਸੀਂ ਕਹੋ ਕਿ ਮੈਂ ਸਾਰਾ ਦਿਨ ਮਿਹਨਤ ਕਰਕੇ ਮੈਨੂੰ ਆ ਮਿਲੇਗਾ, ਅੱਗੋਂ ਮਿਲੇ ਕੁਝ ਵੀ ਨਾ। ਠੀਕ, ਜਦੋਂ ਇਹੋ ਜਿਹੀਆਂ ਚੀਜ਼ਾਂ ਗਲਤ ਹੋਣ ਲੱਗਣ, ਭਾਵ ਨਤੀਜੇ ਗਲਤ ਮਿਲਣ, ਠੀਕ ਹੈ, when things go wrong ਜਾਂ ਤੁਹਾਡੇ ਕੋਲ ਹੀ ਗਲਤੀਆਂ ਹੋਣੀਆਂ ਸ਼ੁਰੂ ਹੋ ਜਾਣ, as they sometime will, ਜਿੱਦਾਂ ਕਿ ਕਦੀ ਕਦੀ ਤਾਂ ਹੋਏਗਾ ਹੀ, ਠੀਕ ਹੈ, ਕਿ ਅਸੀਂ ਜਦੋਂ ਵੀ ਕੰਮ ਸ਼ੁਰੂ ਕਰਾਂਗੇ ਅਸੀਂ ਬਹੁਤ ਸਾਰੀਆਂ ਗਲਤੀਆਂ ਕਰਾਂਗੇ। when the road you are trudging, ਸੋ ਟਰਜਿੰਗ ਹੁੰਦਾ ਹੌਲੀ ਹੌਲੀ ਚੱਲਣਾ, ਭਾਵ ਜਦੋਂ ਤੁਸੀਂ ਕਿਸੇ ਰਾਹ ਤੇ ਹੌਲੀ ਹੌਲੀ ਅੱਗੇ ਵੱਲ ਵੱਧ ਰਹੇ ਹੋ। ਸੋ ਇੱਥੇ ਰੋਡ ਤੋਂ ਭਾਵ ਕਿ ਜ਼ਿੰਦਗੀ ਦੇ ਵਿੱਚ ਜਦੋਂ ਤੁਸੀਂ ਕੋਈ ਕੰਮ ਕਰ ਰਹੇ ਹੋ ਤੇ ਉਸ ਕੰਮ ਦੀ ਰਾਹ ਤੇ ਅੱਗੇ ਅੱਗੇ ਜਾ ਰਹੇ ਹੋ ਕਿਸੇ ਚੀਜ਼ 'ਚ ਸਫਲਤਾ ਪ੍ਰਾਪਤ ਕਰਨ ਲਈ। when the road you are trudging, ਤਾਂ ਜਿਹੜੀ ਮੰਜ਼ਿਲ ਤੇ ਪਹੁੰਚਣ ਲਈ ਤੁਸੀਂ ਰਸਤਾ ਚੁਣਿਆ ਹੈ, ਉਸ ਰਸਤੇ ਤੇ ਜਦੋਂ ਤੁਸੀਂ ਹੌਲੀ ਹੌਲੀ ਅੱਗੇ ਵੱਲ ਵੱਧ ਰਹੇ ਹੋ, seems all uphill, ਤੇ ਇੱਕਦਮ ਹੀ ਉਹ ਰਸਤਾ ਤੁਹਾਨੂੰ ਬੜੀ ਚੜਾਈ ਵਾਲਾ ਲੱਗਣ ਲੱਗ ਜਾਏ, ਤੁਹਾਨੂੰ ਲੱਗਣ ਲੱਗ ਜਾਏ ਕਿ ਯਾਰ ਇਹ ਤਾਂ ਬਹੁਤ ਔਖਾ ਹੈ, ਮੇਰੇ ਕੋਲ ਨਹੀਂ ਹੋਣਾ, ਦੂਜੇ ਪਤਾ ਨਹੀਂ ਕਿੱਦਾਂ ਕਰੀ ਜਾ ਰਹੇ ਨੇ, ਠੀਕ ਹੈ, ਤੁਹਾਨੂੰ ਅਪਹਿਲ ਲੱਗਣ ਲੱਗ ਜੇ, ਬਹੁਤ ਜ਼ਿਆਦਾ ਚੜਾਈ ਵਾਲਾ ਲੱਗਣ ਲੱਗ ਜੇ, ਜਿੱਥੇ ਚੱਲਣਾ ਬਹੁਤ ਔਖਾ ਲੱਗੇ। when the funds are low and the debts are high, ਜਦੋਂ ਤੁਹਾਡੇ ਕੋਲ ਖਰਚਣ ਲਈ ਪੈਸਾ ਬਹੁਤ ਘੱਟ ਹੋਵੇ ਤੇ ਤੁਹਾਡੀਆਂ ਦੇਣਦਾਰੀਆਂ ਬਹੁਤ ਹੋਣ, ਤੁਹਾਡੇ ਤੇ ਕਰਜ਼ੇ ਬਹੁਤ ਹੋਣ, ਠੀਕ, ਉਹਨਾਂ ਤੁਹਾਡੇ ਕੋਲ ਫੰਡ ਨਾ ਹੋਵੇ। ਐਂਡ ਯੂ ਵਾਂਟ ਟੂ ਸਮਾਈਲ, ਅਤੇ ਕਦੀ ਕਦੀ ਜਦੋਂ ਤੁਸੀਂ ਮੁਸਕਰਾਉਣਾ ਚਾਹੁੰਦੇ ਹੋਵੋ, ਬਟ ਯੂ ਹੈਵ ਟੂ ਸਾਈ, ਪਰ ਤੁਹਾਨੂੰ ਇੱਕ ਠੰਡਾ ਹੋਕਾ ਭਰਨਾ ਪੈਂਦਾ ਹੋਵੇ, ਭਾਵ ਸਬਰ ਦਾ ਘੁੱਟ ਭਰ ਕੇ ਤੁਹਾਨੂੰ ਹੌਸਲਾ ਕਰਨਾ ਪੈਂਦਾ ਹੋਵੇ। when care is pressing you down a bit, ਜਦੋਂ ਤੁਸੀਂ ਕੋਈ ਵੀ ਕੰਮ ਬਹੁਤ ਧਿਆਨ ਨਾਲ ਕਰਦੇ ਹੋ, ਆਸੇ-ਪਾਸੇ ਸਾਰਾ ਧਿਆਨ ਰੱਖ ਕੇ ਕਰਦੇ ਹੋ, ਬੜੀ ਸਾਵਧਾਨੀ ਨਾਲ ਕਰਦੇ ਹੋ, ਤੇ ਉਹ ਸਾਰੀਆਂ ਚੀਜ਼ਾਂ ਤੁਹਾਨੂੰ ਬਹੁਤ ਜ਼ਿਆਦਾ ਥਕਾ ਦਿੰਦੀਆਂ, ਭਾਵ ਹਰ ਪਾਸੇ ਧਿਆਨ ਦੇਣਾ, ਹਰ ਜ਼ਿੰਮੇਵਾਰੀ ਨੂੰ ਨਾਲ ਲੈ ਕੇ ਚੱਲਣਾ, ਠੀਕ, ਜਦੋਂ ਤੁਸੀਂ ਇਹ ਸਾਰੀਆਂ ਜ਼ਿੰਮੇਵਾਰੀਆਂ ਦੇ ਭਾਰ ਦੇ ਨਾਲ ਆਪਣੇ ਆਪ ਨੂੰ ਬੜਾ ਥੱਕਿਆ ਹੋਇਆ ਮਹਿਸੂਸ ਕਰਦੇ ਹੋ, ਬੜਾ ਦਬਿਆ ਹੋਇਆ ਮਹਿਸੂਸ ਕਰਦੇ ਹੋ, ਰੈਸਟ ਯੂ ਮਸਟ, ਤੇ ਜੇ ਉਹ ਸਾਰੇ ਹਾਲਾਤਾਂ ਦੇ ਵਿੱਚ ਜੇ ਤੁਹਾਨੂੰ ਰੈਸਟ ਚਾਹੀਦੀ ਹੈ, ਯੂ ਮਸਟ, ਤਾਂ ਜ਼ਰੂਰ ਰੈਸਟ ਕਰੋ, ਬਟ ਡੋਂਟ ਯੂ ਕੁਇਟ, ਪਰ ਕਦੀ ਵੀ ਉਸ ਹਾਰਡ ਵਰਕ ਦੇ ਰਾਹ ਨੂੰ ਤੁਸੀਂ ਛੱਡੋ ਨਾ, ਕੁਇਟ ਨਾ ਕਰੋ, ਆਪਣੀ ਮੰਜ਼ਿਲ ਦੇ ਵੱਲ ਅੱਗੇ ਸਦਾ ਹੀ ਵਧਦੇ ਰਹੋ। ਲਾਈਫ ਇਜ਼ ਕੁਅਰ ਵਿਦ ਇਟਸ ਟਵਿਸਟਸ ਐਂਡ ਟਰਨਸ, ਲਾਈਫ ਬੜੀ ਕੁਅਰ ਹੈ, ਕੁਅਰ ਹੁੰਦਾ ਬੜੀ ਵਿਚਿੱਤਰ, ਅਨੋਖੀ, ਅਜੀਬ, ਯੂਨੀਕ, ਇਹ 'ਚ ਬੜੇ ਟਵਿਸਟ ਤੇ ਟਰਨ ਆਉਂਦੇ ਰਹਿੰਦੇ, ਯਾਨੀ ਮੋੜ ਕੋੜ ਆਉਂਦੇ ਰਹਿੰਦੇ ਨੇ, ਉਤਾਰ ਚੜਾਅ ਆਉਂਦੇ ਰਹਿੰਦੇ ਨੇ, ਠੀਕ ਹੈ। ਸੋ ਇਹ ਉਤਾਰ ਚੜਾਅ ਦੇ ਨਾਲ ਭਰੀ ਹੋਈ ਲਾਈਫ ਬੜੀ ਅਨੋਖੀ ਹੈ, ਅਸੀਂ ਇਸ ਨੂੰ ਸਮਝ ਨਹੀਂ ਸਕਦੇ, ਸਾਡੀ ਸਮਝ ਤੋਂ ਪਰੇ ਦੀ ਗੱਲ ਹੈ। ਐਜ਼ ਐਵਰੀ ਵਨ ਆਫ ਅਸ ਸਮਟਾਈਮ ਲਰਨਸ, ਤੇ ਉਹਨਾਂ ਆ ਰਹੀਆਂ ਪ੍ਰਸਥਿਤੀਆਂ ਤੋਂ, ਮੁਸ਼ਕਲ ਹਾਲਾਤਾਂ ਤੋਂ ਅਸੀਂ ਸਾਰੇ ਹੀ ਕਦੀ ਨਾ ਕਦੀ ਕੁਛ ਨਾ ਕੁਛ ਸਿੱਖਦੇ ਵੀ ਰਹਿੰਦੇ ਹਾਂ, ਸਾਨੂੰ ਸਿੱਖਣ ਨੂੰ ਬਹੁਤ ਕੁਝ ਮਿਲਦਾ, ਭਾਵ ਲਾਈਫ ਸਾਨੂੰ ਬਹੁਤ ਕੁਝ ਸਿਖਾਉਂਦੀ ਹੈ। ਜਿੱਦਾਂ ਲਾਈਫ ਲਈ ਕਿਹਾ ਗਿਆ ਹੈ ਕਿ ਇਹ ਸਭ ਤੋਂ ਅਨੋਖਾ ਸਿਖਾਉਂਦੀ ਹੈ, ਨਹੀਂ ਤਾਂ ਆਮ ਕਰਕੇ ਕੀ ਹੁੰਦਾ, ਜਿੱਥੇ ਅਸੀਂ ਸਿੱਖਣ ਜਾਂਦੇ ਹਾਂ ਪਹਿਲਾਂ ਅਸੀਂ ਪੜ੍ਹਾਈ ਕਰਦੇ ਹਾਂ, ਬਾਅਦ 'ਚੋਂ ਉੱਥੇ ਐਗਜ਼ਾਮੀਨੇਸ਼ਨਸ ਹੁੰਦੇ ਨੇ, ਪਰ ਲਾਈਫ ਦੇ ਵਿੱਚ ਐਗਜ਼ਾਮਸ ਪਹਿਲਾਂ ਆਉਂਦੇ ਨੇ ਤੇ ਲੈਸਨਸ ਬਾਅਦ 'ਚੋਂ ਮਿਲਦੇ ਨੇ। ਸੋ ਇਹ ਬੜੀ ਵਿਚਿੱਤਰ ਹੈ, ਬੜੀ ਕੁਅਰ ਹੈ। ਐਂਡ ਮੈਨੀ ਅ ਫੇਲਿਅਰ ਟਰਨਸ ਅਬਾਊਟ, ਅਤੇ ਬਹੁਤ ਸਾਰੀਆਂ ਜੋ ਨਾਕਾਮਯਾਬੀਆਂ ਹਨ, ਭਾਵ ਅਸਫਲਤਾਵਾਂ ਹਨ, ਉਹਨਾਂ ਦਾ ਇੱਕ ਮੁੱਖ ਕਾਰਨ ਇਹ ਹੈ ਕਿ ਉਹ ਪਿੱਛੇ ਮੁੜ ਜਾਂਦੇ ਹਨ, ਇਸ ਕਰਕੇ ਉਹਨਾਂ ਨੂੰ ਅਸਫਲਤਾਵਾਂ ਘੇਰ ਲੈਂਦੀਆਂ ਹਨ, ਮਿਲਦੀਆਂ ਹਨ। when he might have won, ਤੇ ਜਦੋਂ ਕਿ ਉਹਨਾਂ ਨੂੰ ਤਾਂ ਜਿੱਤਣਾ ਚਾਹੀਦਾ ਸੀ, ਬਲਕਿ ਉਹ ਤਾਂ ਜਿੱਤਣ ਦੀ ਕਗਾਰ ਤੇ ਖੜੇ ਸਨ, ਉਹ ਤਾਂ ਜਿੱਤਣ ਦੇ ਕਿਨਾਰੇ ਤੇ ਕੰਢੇ ਤੇ ਖੜੇ ਸੀ। had he stuck it out, ਤੇ ਉਸੇ ਵੇਲੇ ਉਹ ਇਸ ਨੂੰ ਛੱਡ ਜਾਂਦੇ ਹਨ ਤੇ ਪਿਛਾਂਹ ਨੂੰ ਮੁੜ ਜਾਂਦੇ ਹਨ। don't give up though the pace seems slow,
ਕਦੀ ਵੀ ਨਾ ਛੱਡੋ, ਖਾਸ ਕਰਕੇ ਉਹਨਾਂ ਹਾਲਾਤਾਂ ਵਿੱਚ ਜਦੋਂ ਤੁਹਾਨੂੰ ਆਪਣੀ ਚਾਲ ਬਹੁਤ ਸਲੋ ਲੱਗੇ। ਕਈ ਵਾਰ ਅਸੀਂ ਬਹੁਤ ਤੇਜ਼ੀ ਨਾਲ ਸਾਰੇ ਕੰਮ ਕਰਨਾ ਚਾਹੁੰਦੇ ਹਾਂ। ਇਹ ਬਿਲਕੁਲ ਉਸੇ ਤਰ੍ਹਾਂ ਹੈ ਕਿ ਜਿੱਦਾਂ ਅਸੀਂ ਚਾਹੁੰਦੇ ਹੁੰਦੇ ਹਾਂ ਕਿ ਇਹ ਪੌਦਾ ਫਟਾਫਟ ਅਸੀਂ ਉਗਾ ਦਈਏ ਤੇ ਅਸੀਂ ਕਿੰਨਾ ਸਾਰਾ ਪਾਣੀ ਦੇਣਾ ਸ਼ੁਰੂ ਕਰ ਦਿੰਦੇ ਹਾਂ, ਪਰ ਪੌਦੇ ਨੇ ਉਦੋਂ ਹੀ ਉਗਣਾ ਹੈ ਜਦੋਂ ਉਹਦਾ ਟਾਈਮ ਹੋਏਗਾ। ਸੋ ਜੋ ਵੀ ਸਪੀਡ ਤੁਹਾਡੀ ਨੇਚਰ ਵੱਲੋਂ ਬਣਾਈ ਜਾ ਰਹੀ ਹੈ ਕਿਸੇ ਕੰਮ ਨੂੰ ਪੂਰਾ ਹੋਣ ਦੀ, ਜਾਂ ਰੱਬ ਵੱਲੋਂ ਬਣਾਈ ਜਾ ਰਹੀ ਹੈ, ਜਾਂ ਇੱਕ ਹੋਣੀ ਵੱਲੋਂ ਬਣਾਈ ਜਾ ਰਹੀ ਹੈ, ਜਾਂ ਇੱਕ ਨੈਚੁਰਲ ਪ੍ਰੋਸੈਸ ਹੈ, ਓਕੇ, ਉਸ ਨੂੰ ਫੋਲੋ ਕਰੋ। ਜਿੰਨਾ ਸਮਾਂ ਲੱਗਦਾ ਹੈ ਉਸ ਨੂੰ ਲੱਗਣ ਦਿਓ, ਉਹ ਤੁਹਾਡੀ ਭਲਾਈ ਲਈ ਹੀ ਲੱਗ ਰਿਹਾ ਹੈ। ਇਸ ਕਰਕੇ ਉਸ ਘਟਦੀ ਹੋਈ ਸਪੀਡ ਨੂੰ ਦੇਖ ਕੇ ਵੀ ਕਦੀ ਕੁਇਟ ਨਾ ਕਰੋ ਕਿ ਮੈਂ ਇੰਨੀ ਫਾਸਟ ਕੰਮ ਕਰਨਾ ਚਾਹੁੰਦਾ ਜਾਂ ਮੈਂ ਇੰਨੀਆਂ ਐਫਰਟਸ ਲਗਾ ਰਿਹਾ ਪਰ ਮੈਨੂੰ ਉਹ ਜਿਹੇ ਰਿਜ਼ਲਟਸ ਨਹੀਂ ਮਿਲ ਰਹੇ। ਯੂ ਮੇ ਸਕਸੀਡ ਵਿਦ ਅਨਦਰ ਬਲੋ। ਹੋ ਸਕਦਾ ਹੈ ਇੱਕ ਹੋਰ ਕੋਸ਼ਿਸ਼ ਦੇ ਨਾਲ, ਇੱਕ ਹੋਰ ਨਵਾਂ ਰਸਤਾ ਚੁਣਨ ਦੇ ਨਾਲ ਤੁਸੀਂ ਸਕਸੀਡ ਹੋ ਜਾਓ, ਤੁਹਾਨੂੰ ਕਾਮਯਾਬੀ ਮਿਲ ਜਾਵੇ। Often the goal is nearer than it seems to a faint and faltering man। ਅਕਸਰ ਦੂਰ ਦਿਖਣ ਵਾਲਾ ਗੋਲ, ਦੂਰ ਦਿਖਣ ਵਾਲਾ ਨਿਸ਼ਾਨਾ, ਮੰਜ਼ਿਲ ਕਾਫੀ ਨੇੜੇ ਹੁੰਦੀ ਹੈ ਜਿੰਨੀ ਕਿ ਸਾਨੂੰ ਉਹ ਦੂਰ ਦਿਖਦੀ ਹੈ ਜਾਂ ਮੱਧਮ ਦਿਖਦੀ ਹੈ ਉਸ ਨਾਲੋਂ, ਅਤੇ ਅਕਸਰ ਉਹ ਉਸ ਵਿਅਕਤੀ ਨੂੰ ਜੋ ਉਸ ਗੋਲ ਤੱਕ ਪਹੁੰਚਣਾ ਚਾਹੁੰਦਾ ਉਹਨੂੰ ਫਾਲਟਰ ਕਰ ਦਿੰਦੀ ਹੈ, ਉਹਨੂੰ ਲੜਖੜਾ ਦਿੰਦੀ ਹੈ, ਭਾਵ ਵਿਚਲਿਤ ਕਰ ਦਿੰਦੀ ਹੈ, ਤੇ ਉਹ ਉਸ ਰਾਹ ਨੂੰ ਛੱਡ ਕੇ ਵਾਪਸ ਮੁੜ ਜਾਂਦਾ ਹੈ। Often the struggler has given up। ਹਮੇਸ਼ਾ ਦੇਖਣ ਵਿੱਚ ਆਉਂਦਾ ਹੈ ਕਿ ਅਕਸਰ ਮੰਜ਼ਿਲ ਤੇ ਪਹੁੰਚਣ ਲਈ ਜਦੋਜਹਿਦ ਕਰਨ ਵਾਲਾ ਮੰਜ਼ਿਲ ਦੇ ਕੋਲ ਪਹੁੰਚ ਕੇ ਗਿਵ ਅਪ ਕਰ ਜਾਂਦਾ ਹੈ, ਭਾਵ ਮਿਹਨਤ ਕਰਨੀ ਛੱਡ ਜਾਂਦਾ ਹੈ। When he might have captured the victor's cup। ਕਿ ਜਦੋਂ ਕਿ ਇੰਨੀ ਮਿਹਨਤ ਕਰਨ ਤੋਂ ਬਾਅਦ ਤੇ ਇੰਨੇ ਨੇੜੇ ਪਹੁੰਚਣ ਤੋਂ ਬਾਅਦ ਉਹਨੂੰ ਤਾਂ ਜਿੱਤ ਦੇ ਕੱਪ ਨੂੰ ਚੁੰਮਣਾ ਚਾਹੀਦਾ ਸੀ, ਉਹਨੂੰ ਜਿੱਤ ਦਾ ਕੱਪ ਹਾਸਲ ਕਰਨਾ ਚਾਹੀਦਾ ਸੀ। And he learned too late when the night came down। ਤੇ ਜਦੋਂ ਰਾਤ ਪੈ ਜਾਵੇ, ਭਾਵ ਜਦੋਂ ਉਹਨੂੰ ਮੰਜ਼ਿਲ ਦਿਖਣੀ ਬੰਦ ਹੋ ਜਾਵੇ ਪਰ ਉਹ ਮੰਜ਼ਿਲ ਦੇ ਬਹੁਤ ਕਰੀਬ ਹੋਵੇ ਤਾਂ ਉਸਨੂੰ ਬਹੁਤ ਦੇਰ ਬਾਅਦ ਸਮਝ ਆਉਂਦੀ ਹੈ ਕਿ ਹਾਊ ਕਲੋਜ਼ ਹੀ ਵਾਸ ਟੂ ਦਾ ਗੋਲਡਨ ਕਰਾਊਨ। ਤੇ ਜਦੋਂ ਕਾਫੀ ਦੇਰ ਬਾਅਦ ਉਹ ਹਨੇਰਾ ਹਟਦਾ ਹੈ ਤਾਂ ਉਸ ਨੂੰ ਸਮਝ ਆਉਂਦੀ ਹੈ ਕਿ ਉਹ ਉਸ ਗੋਲਡਨ ਕਰਾਊਨ, ਭਾਵ ਜਿੱਤ ਦੇ ਉਸ ਸੁਨਹਿਰੀ ਤਾਜ ਦੇ ਕਿੰਨਾ ਨੇੜੇ ਸੀ। ਥਾਮਸ ਐਡੀਸਨ ਕੋਲ ਕਿਸੇ ਨੇ ਪੁੱਛਿਆ ਸੀ ਕਿ ਯਾਰ ਤੂੰ ਪਤਾ ਨਹੀਂ ਕੀ ਬਣਾਈ ਜਾ ਰਿਹਾ, ਤੇ ਉਹਨੇ ਕਿਹਾ ਸੀ ਯਾਰ ਮੈਂ ਇੱਕ ਬਲਬ ਬਣਾਉਣ ਦੀ ਕੋਸ਼ਿਸ਼ ਕਰ ਰਿਹਾ। ਅੱਛਾ, ਹੁਣ ਤੱਕ ਇੰਨੇ ਸਾਲ ਹੋ ਗਏ ਤੇਰੇ ਕੋਲ ਬਣਿਆ ਤਾਂ ਹੈ ਨਹੀਂ, ਹੁਣ ਤੱਕ ਕੀਤਾ ਕਿ ਤੈਨੂੰ ਕੁਝ ਮਿਲਿਆ? ਤਾਂ ਥਾਮਸ ਐਡੀਸਨ ਨੇ ਬੜੀ ਵਧੀਆ ਗੱਲ ਕੀਤੀ ਸੀ, ਕਹਿੰਦਾ ਮੈਂ 1280 ਇਹੋ ਜਿਹੇ ਤਰੀਕੇ ਲੱਭ ਲਏ ਨੇ ਜਿਹੜੇ ਕਿ ਕੰਮ ਨਹੀਂ ਆਉਂਦੇ। ਓਕੇ, ਸੋ ਕਹਿਣ ਤੋਂ ਭਾਵ ਜਦੋਂ ਵੀ ਅਸੀਂ ਕਾਮਯਾਬੀ ਵੱਲ ਵਧਣਾ ਹੈ ਤਾਂ ਸਾਨੂੰ ਵੀ ਇਹਨਾਂ ਸਾਰੇ ਰਿਜ਼ਲਟਸ ਦਾ ਸਾਹਮਣਾ ਕਰਨਾ ਪਏਗਾ ਜੋ ਸਾਡੇ ਪਸੰਦੀਦਾ ਨਾ ਹੋਣ, ਭਾਵ ਇਹੋ ਜਿਹੀਆਂ ਚੀਜ਼ਾਂ ਨੂੰ ਫੇਸ ਕਰਨਾ ਪਵੇਗਾ ਜੋ ਸਾਡੇ ਕਿਸੇ ਕੰਮ ਦੀਆਂ ਨਾ ਹੋਣ। ਇਹ ਉਸੇ ਤਰ੍ਹਾਂ ਹੀ ਹੈ ਜਿੱਦਾਂ ਕਿ ਅਸੀਂ ਥੋੜਾ ਜਿਹਾ ਸੋਨਾ ਜ਼ਮੀਨ ਵਿੱਚੋਂ ਲੈਣ ਲਈ ਕਿੰਨੇ ਮਣ ਜ਼ਮੀਨ ਖੋਦਦੇ ਹਾਂ, ਮਿੱਟੀ ਬਾਹਰ ਕੱਢਦੇ ਹਾਂ, ਫਿਰ ਥੋੜਾ ਜਿਹਾ ਸੋਨਾ ਸਾਨੂੰ ਮਿਲਦਾ ਹੈ। ਸਕਸੈਸ ਇਜ਼ ਅ ਫੇਲਿਅਰ ਟਰਨਡ ਇਨਸਾਈਡ ਆਊਟ। ਸੋ ਇਹਦਾ ਮਤਲਬ ਹੈ ਕਿ ਜੋ ਸਫਲਤਾ ਹੈ ਉਹ ਅਸਫਲਤਾ ਦੇ ਵਿੱਚ ਹੀ ਛੁਪੀ ਹੋਈ ਹੁੰਦੀ ਹੈ, ਭਾਵ ਜਦੋਂ ਅਸੀਂ ਨਾਕਾਮਯਾਬ ਹੁੰਦੇ ਹਾਂ ਉਹਦੇ ਤੋਂ ਅਸੀਂ ਜ਼ਿਆਦਾ ਸਿੱਖਦੇ ਹਾਂ। ਸੋ ਕਹਿਣ ਤੋਂ ਭਾਵ ਕਿ ਜਦੋਂ ਅਸੀਂ ਗਿਰਦੇ ਹਾਂ, ਭਾਵ ਨਾਕਾਮਯਾਬ ਹੁੰਦੇ ਹਾਂ, ਤਾਂ ਗਿਰਨ ਤੋਂ ਬਾਅਦ ਅਸੀਂ ਕਿੰਨੀ ਜਲਦੀ ਉੱਠ ਕੇ ਦੁਬਾਰਾ ਫਿਰ ਕੰਮ ਤੇ ਲੱਗ ਜਾਂਦੇ ਹਾਂ, ਇਸ ਵਿੱਚ ਹੀ ਸਫਲਤਾ ਛੁਪੀ ਹੋਈ ਹੈ। ਤੇ ਦੂਜੇ ਪਾਸੇ ਅਸਫਲਤਾ ਇਸ ਗੱਲ 'ਚ ਛੁਪੀ ਹੋਈ ਹੈ ਕਿ ਜਦੋਂ ਤੁਸੀਂ ਗਿਰੋ, ਭਾਵ ਜਦੋਂ ਤੁਸੀਂ ਨਾਕਾਮਯਾਬ ਹੋਵੋ ਤੇ ਰੱਬ ਨੂੰ ਬੁਰਾ ਭਲਾ ਕਹੋ, ਆਪਣੇ ਨਸੀਬ ਨੂੰ ਬੁਰਾ ਭਲਾ ਕਹੋ ਤੇ ਕਹੋ ਕਿ ਰੱਬਾ ਮੈਂ ਤੇਰਾ ਕੀ ਵਿਗਾੜਿਆ ਸੀ। ਠੀਕ, ਸੋ ਅਸੀਂ ਸਫਲਤਾ ਦੇ ਵੱਲ ਵਧਣਾ ਹੈ। ਕਿ ਜਿਸ ਤਰ੍ਹਾਂ ਇੱਕ ਕਵਿਤਾ ਵੀ ਹੈ ਕਿ ਰੁਤਬਾ ਇਹ ਤੇਰੇ ਦਰ ਕੋ ਮੇਰੇ ਸਰ ਸੇ ਮਿਲਾ ਹੈ। ਕਿ ਜਿੱਦਾਂ ਇੱਕ ਬੱਚਾ ਇੱਕ ਟੀਚਰ ਨੂੰ ਕਵੇ ਕਿ ਜੋ ਤੁਹਾਨੂੰ ਰੁਤਬਾ ਮਿਲਿਆ ਹੈ ਉਹ ਤਾਂ ਮੇਰੇ ਕਰਕੇ ਮਿਲਿਆ, ਜੇ ਮੈਂ ਤੁਹਾਡਾ ਸਟੂਡੈਂਟ ਨਾ ਹੋਵਾਂ ਕੌਣ ਤੁਹਾਨੂੰ ਸਰ, ਕੌਣ ਤੁਹਾਨੂੰ ਮੈਡਮ, ਕੌਣ ਤੁਹਾਨੂੰ ਟੀਚਰ ਕਹੇਗਾ। ਓਕੇ, ਸੋ ਰੁਤਬਾ ਇਹ ਤੇਰੇ ਦਰ ਕੋ ਮੇਰੇ ਸਰ ਸੇ ਮਿਲਾ ਹੈ, ਭਾਵ ਮੈਂ ਸਿਰ ਆ ਕੇ ਇੱਥੇ ਝੁਕਾਨਾ ਤਾਂ ਹੀ ਤੁਹਾਡੇ ਦਰ ਦੀ ਸ਼ੋਭਾ ਵਧਦੀ ਹੈ। ਤੇ ਉਸ ਤੋਂ ਬਾਅਦ ਕੀ ਕਹਿੰਦੇ ਆ, ਹਾਲਾਂਕਿ ਇਹ ਸਰ ਵੀ तेरे दर से ही मिला है, ठोकर किसी पत्थर से अगर खाई है मैंने, मंजिल का निशान भी तो उसी पत्थर से मिला है। सो जिस पत्थर तो ਅਸੀਂ ਠੋਕਰਾਂ ਖਾਂਦੇ ਹਾਂ, ਸੋ ਸਾਨੂੰ ਉਹੀ ਪੱਥਰ ਹੀ ਇੱਕ ਮਾਈਲਸਟੋਨ ਵਾਂਗੂ ਮੰਜ਼ਿਲ ਦਾ ਰਾਹ ਵੀ ਦਿਖਾਉਂਦਾ ਹੈ। The silver tint
ਭਾਵ ਕੋਈ ਉਜਾਲੇ ਦੀ ਕਿਰਨ। ਆਫ ਦ ਕਲਾਊਡਸ ਆਫ ਡਾਊਟ, ਕਿ ਜਦੋਂ ਸਾਡੀ ਲਾਈਫ ਵਿੱਚ ਅਸੀਂ ਸ਼ੰਕਿਆਂ ਦੇ ਵਿੱਚ ਘਿਰ ਜਾਂਦੇ ਹਾਂ, ਸਾਨੂੰ ਸਮਝ ਨਹੀਂ ਆਉਂਦੀ ਕਿ ਅਸੀਂ ਕਿਹੜਾ ਰਸਤਾ ਅਖਤਿਆਰ ਕਰੀਏ, ਕਿਹੜੇ ਪਾਸੇ ਜਾਈਏ, ਜਦੋਂ ਸਾਨੂੰ ਡਿਸੀਜਨ ਲੈਣਾ ਔਖਾ ਹੋ ਜਾਂਦਾ, ਜਦੋਂ ਅਸੀਂ ਡਾਊਟ ਕਰਨ ਲੱਗ ਜਾਂਦੇ ਕਿ ਪਤਾ ਨਹੀਂ ਕਾਮਯਾਬ ਹੋਵਾਂਗੇ ਕਿ ਨਹੀਂ ਹੋਵਾਂਗੇ, ਅੱਗੇ ਹੁਣ ਮਿਹਨਤ ਕਰੀਏ ਕਿ ਪਿੱਛੇ ਜਾਈਏ, ਠੀਕ। ਸੋ ਜਦੋਂ ਇਹੋ ਜਿਹੇ ਡਾਊਟਸ ਵਿੱਚ ਘਿਰੇ ਹੋਈਏ ਤਾਂ ਉਦੋਂ ਇੱਕ ਆਸ ਦੀ ਕਿਰਨ, ਇੱਕ ਉਜਾਲੇ ਦੀ ਕਿਰਨ। ਸੋ ਇੱਥੇ ਉਜਾਲੇ ਦੀ ਕਿਰਨ ਤੋਂ ਭਾਵ ਹੈ ਕਿ ਜਦੋਂ ਅਸੀਂ ਡਾਊਟਸ ਵਿੱਚ ਘਿਰੇ ਹੁੰਦੇ ਹਾਂ ਤੇ ਆਪਣੇ ਆਪ ਨੂੰ ਟਾਈਮ ਦਿੰਦੇ ਹਾਂ ਉਸ ਮੁਸ਼ਕਿਲ ਵਿੱਚੋਂ ਬਾਹਰ ਨਿਕਲਣ ਲਈ, ਤਾਂ ਸਾਨੂੰ ਕਈ ਉਜਾਲੇ ਦੀਆਂ ਕਿਰਨਾਂ ਦਿਖਣ ਲੱਗ ਜਾਂਦੀਆਂ ਹਨ। ਭਾਵ ਸਾਡੇ ਉਹ ਡਾਊਟਸ ਕਲੀਅਰ ਹੋਣੇ ਸ਼ੁਰੂ ਹੋ ਜਾਂਦੇ ਹਨ, ਸਾਡੇ ਕੋਲ ਸੋਲਿਊਸ਼ਨ ਆਉਣੇ ਸ਼ੁਰੂ ਹੋ ਜਾਂਦੇ ਹਨ। ਸੋ ਇੱਥੇ ਅਪਰੋਚ ਕੀ ਰੱਖਣੀ ਹੈ? ਕੋਈ ਵੀ ਤੁਹਾਡੇ ਕੋਲ ਪ੍ਰੋਬਲਮ ਆਵੇ ਉਹਨੂੰ ਪ੍ਰੋਬਲਮ ਨਹੀਂ ਕਹਿਣਾ, ਉਹਨੂੰ ਚੈਲੰਜ ਕਹਿਣਾ। ਪ੍ਰੋਬਲਮ ਚੋਂ ਨਿਕਲਣਾ ਬਹੁਤ ਔਖਾ ਹੈ, ਚੈਲੰਜ ਆਪਾਂ ਐਕਸੈਪਟ ਕਰਦੇ ਹਾਂ ਤੇ ਮਨ 'ਚ ਠਾਣਦੇ ਹਾਂ ਕਿ ਯੈਸ ਆਈ ਐਕਸੈਪਟ ਯੂਅਰ ਚੈਲੰਜ, ਤੇ ਮੈਂ ਇਸ ਵਿੱਚੋਂ ਨਿਕਲ ਕੇ ਦਿਖਾਵਾਂਗਾ, ਠੀਕ ਹੈ। ਸੋ ਹੌਲੀ ਹੌਲੀ ਸਾਨੂੰ ਉਹਦੇ ਸੋਲਿਊਸ਼ਨ ਮਿਲਣੇ ਸ਼ੁਰੂ ਹੋ ਜਾਂਦੇ ਹਨ। ਐਂਡ ਯੂ ਨੈਵਰ ਕੈਨ ਟੈਲ ਹਾਊ ਕਲੋਜ਼ ਯੂ ਆਰ, ਤੇ ਯਾਰ ਤੂੰ ਕਦੇ ਵੀ ਨਹੀਂ ਕਹਿ ਸਕਦਾ ਕਿ ਤੂੰ ਆਪਣੀ ਮੰਜ਼ਿਲ ਦੇ ਕਿੰਨੀ ਨੇੜੇ ਹੈ। ਤੈਨੂੰ ਨਹੀਂ ਪਤਾ ਚੱਲ ਸਕਦਾ, ਉਹ ਰੱਬ ਨੂੰ ਪਤਾ ਹੈ। ਇਟ ਮੇ ਬੀ ਨੀਅਰ ਵੈਨ ਇਟ ਸੀਮਸ ਸੋ ਫਾਰ, ਤੇ ਹੋ ਸਕਦਾ ਬਹੁਤ ਨੇੜੇ ਹੋਵੇ ਮੰਜ਼ਿਲ ਜਿਹਨੂੰ ਤੂੰ ਬਹੁਤ ਦੂਰ ਸਮਝੀ ਬੈਠਾ ਹੈ। ਸੋ ਇਹ ਮੰਜ਼ਿਲ ਕਈ ਵਾਰ ਰੱਬ ਵਰਗੀ ਹੁੰਦੀ ਹੈ, ਜੋ ਅਸੀਂ ਪਾਣਾ ਚਾਹੁੰਦੇ ਹਾਂ ਸਾਨੂੰ ਇਹ ਰੱਬ ਵਾਂਗ ਦੂਰ ਲੱਗਦਾ ਹੁੰਦਾ। ਤੇ ਜਿਸ ਤਰ੍ਹਾਂ ਇੱਕ ਫੇਮਸ ਕਪਲੇਟ ਹੈ ਉਰਦੂ ਦੀ ਹੈ ਕਿ ਉਸकी ਕੁਰਬਤ में अजब दूरी है। कुर्बत ਹੁੰਦੀ ਹੈ ਨੇੜਤਾ, ਠੀਕ ਹੈ, ਨੀਅਰਨੈਸ, ਕਿ ਉਸकी ਕੁਰਬਤ में अजब दूरी है, ਉਹਦੀ ਨੇੜਤਾ 'ਚ ਹੀ ਅਜੀਬ ਜੀ ਦੂਰੀ ਹੈ। ਆਦਮੀ ਹੋ ਕੇ खुदा लगता है, कि वो आदमी तो है पर वो खुदा लगता है, भी नेड़े होके भी दूर लगता है। सो इसे तरह ही साड़ी जो सफलता है ये भी बहुत नेड़े होके सानू बड़ी दूर प्रतीत होती है कि पता नहीं कदों मिलेगी। सो स्टिक टू द फाइट व्हेन यू आर हार्डेस्ट हिट। सो उदों खास करके फाइट दे विच जूझदे रहो, लड़दे रहो, संघर्ष करते रहो ਜਦੋਂ ਤੁਹਾਨੂੰ ਹਾਰਡੈਸਟ ਹਿੱਟ ਹੋਈ ਹੋਵੇ। ਭਾਵ ਜਦੋਂ ਤੁਹਾਨੂੰ ਲੱਗੇ ਕਿ ਯਾਰ ਇਸ ਤੋਂ ਜ਼ਿਆਦਾ ਮੈਂ ਬਰਦਾਸ਼ਤ ਨਹੀਂ ਕਰ ਸਕਦਾ, ਕਿ ਮੈਂ ਇੰਨੀ ਮਿਹਨਤ ਕਰ ਰਿਹਾ ਸੀ, ਅੱਗੇ ਵੀ ਮੈਨੂੰ ਧੱਕੇ ਪੈ ਰਹੇ ਸੀ, ਅੱਗੇ ਵੀ ਮੈਨੂੰ ਝਟਕੇ ਲੱਗ ਰਹੇ ਸੀ, ਪਰ ਅੱਜ ਜੋ ਹੋਇਆ ਇਸ ਤੋਂ ਅੱਗੇ ਮੈਂ ਹੁਣ ਹੋਰ ਮਿਹਨਤ ਨਹੀਂ ਕਰ ਸਕਦਾ। ਜਦੋਂ ਤੁਹਾਨੂੰ ਲੱਗੇ ਕਿ ਯਾਰ ਹੁਣ ਤਾਂ ਮੈਨੂੰ ਛੱਡ ਦੇਣਾ ਚਾਹੀਦਾ, ਕਿ ਕੋਈ ਵੀ ਹੁੰਦਾ ਮੇਰੀ ਜਗ੍ਹਾ ਉਹ ਤਾਂ ਬਹੁਤ ਪਹਿਲਾਂ ਛੱਡ ਗਿਆ ਹੁੰਦਾ, ਮੈਂ ਅੱਜ ਇੱਥੇ ਤੱਕ ਲੈ ਕੇ ਆਇਆ, ਪਰ ਅੱਜ ਤਾਂ ਹੱਦ ਹੀ ਹੋ ਗਈ, ਹੈ ਨਾ। ਜਦੋਂ ਆਪਾਂ ਇੱਦਾਂ ਸੋਚਦੇ ਹਾਂ, ਸੋ ਜਦੋਂ ਤੁਹਾਨੂੰ ਹਾਰਡੈਸਟ ਹਿੱਟ ਲੱਗੇ, ਜਦੋਂ ਤੁਹਾਨੂੰ ਹੁਣ ਤੱਕ ਦਾ ਸਭ ਤੋਂ ਵੱਡਾ ਧੱਕਾ ਲੱਗੇ, ਉਸ ਵੇਲੇ ਵੀ ਫਾਈਟ ਦੇ ਵਿੱਚ ਸੰਘਰਸ਼ ਕਰਦੇ ਰਹੋ। ਇਟ ਇਜ਼ ਵੈਨ ਥਿੰਗਸ ਸੀਮ ਵਰਸਟ, ਵਰਸਟ ਹੁੰਦਾ ਬਹੁਤ ਬੁਰੀ, ਕਿ ਜਦੋਂ ਤੁਹਾਨੂੰ ਚੀਜ਼ਾਂ ਜਾਂ ਆਸ-ਪਾਸ ਦੀਆਂ ਘਟਨਾਵਾਂ ਜਾਂ ਮਾਹੌਲ ਲੱਗੇ ਕਿ ਬਹੁਤ ਮਾੜਾ ਹੋ ਗਿਆ, ਮੇਰੇ ਨਾਲ ਤਾਂ ਇੱਦਾਂ ਹੋਣਾ ਨਹੀਂ ਚਾਹੀਦਾ ਸੀ, ਠੀਕ ਹੈ, ਜਾਂ ਮੇਰੇ ਨਾਲ ਹੀ ਕਿਉਂ ਇੱਦਾਂ ਹੋਇਆ, ਬਾਕੀਆਂ ਨਾਲ ਕਿਉਂ ਨਹੀਂ ਹੁੰਦਾ। ਤੁਹਾਨੂੰ ਲੱਗਣ ਲੱਗ ਜੇ ਕਿ ਯੈਸ ਹੁਣ ਟਾਈਮ ਆ ਗਿਆ ਕਿ ਮੈਂ ਜੋ ਮਿਹਨਤ ਕਰ ਰਿਹਾ ਛੱਡ ਕੇ ਚਲਾ ਜਾਵਾਂ, ਛੱਡ ਦੇਵਾਂ ਸਭ ਕੁਝ, ਕਿ ਮੈਂ ਬਹੁਤ ਆਪਣੀ ਲਾਈਫ ਦਾ ਸਮਾਂ ਇਸ ਪ੍ਰੋਜੈਕਟ ਨੂੰ ਦੇਤਾ, ਇਸ ਕਾਰਨ ਨੂੰ ਦੇ ਦਿੱਤਾ, ਠੀਕ ਹੈ, ਇਸ ਪੜ੍ਹਾਈ ਨੂੰ ਦੇ ਦਿੱਤਾ, ਕਿ ਹੁਣ ਕੀ ਹੈ ਕਿ ਦੈਟ ਯੂ ਮਸਟ ਨੋਟ ਕੁਇਟ, ਤੇ ਤੁਹਾਨੂੰ ਲੱਗੇ ਕਿ ਹੁਣ ਮੈਨੂੰ ਕੁਇਟ ਕਰ ਲੈਣਾ ਚਾਹੀਦਾ, ਪਰ ਉਦੋਂ ਵੀ ਤੁਹਾਨੂੰ ਕੁਇਟ ਨਹੀਂ ਕਰਨਾ ਚਾਹੀਦਾ, ਕਦੀ ਵੀ ਕੁਇਟ ਨਾ ਕਰੋ। ਓਕੇ, ਸੋ ਇੱਕ ਬੜੀ ਸੋਹਣੀ ਕਿਸੇ ਨੇ ਲਾਈਨ ਕਹੀ ਸੀ ਕਿ ਜਦੋਂ ਵੀ ਤੁਸੀਂ ਅੱਗੇ ਵਧੋ ਤਾਂ ਪਿਛਲੇ ਪੁੱਲ ਤੋੜਦੇ ਜਾਓ, ਤਾਂ ਕਿ ਤੁਹਾਨੂੰ ਇਹ ਪਤਾ ਹੋਵੇ ਕਿ ਹੁਣ ਵਾਪਸ ਜਾਣ ਦਾ ਕੋਈ ਰਸਤਾ ਨਹੀਂ ਹੈ, ਮੈਂ ਜਿਹੜੇ ਰਾਹ ਪੈ ਗਿਆ। ਸੁਰਜੀਤ ਪਾਤਰ ਜੀ ਨੇ ਵੀ ਬੜੀਆਂ ਅੱਛੀਆਂ ਤੁਕਾਂ ਲਿਖੀਆਂ ਕਿ ਮੈਂ ਰਾਹਾਂ ਤੇ ਨਹੀਂ ਤੁਰਦਾ, ਮੈਂ ਤੁਰਦਾ ਹਾਂ ਤਾਂ ਰਾਹ ਬਣਦੇ, ਜੁਗਾਂ ਤੱਕ ਕਾਫਿਲੇ ਆਉਂਦੇ, ਮੇਰੇ ਸੱਚ ਦੇ ਗਵਾਹ ਬਣਦੇ। ਸੋ ਆਪਾਂ ਜੋ ਰਾਹ ਤੇ ਚੱਲ ਪਏ, ਬਸ ਉਸ ਤੋਂ ਪਿੱਛੇ ਮੋੜਾ ਨਹੀਂ ਪਾਣਾ ਤੇ ਕਾਮਯਾਬੀ लेके आनी है। जिमें एक हिंदी की पोइम है ना, हार नहीं होती, कि लहरों से डरकर नौका पार नहीं होती और कोशिश करने वालों की कभी हार नहीं होती। नन्ही चींटी जब दाना लेके चलती है, चढ़ती दीवारों पर 100 बार फिसलती है, मन का विश्वास रगों में साहस भरता, चढ़कर गिरना गिर कर चढ़ना ना उसे खलता, आखिर उसकी मेहनत बेकार नहीं होती और कोशिश करने वालों की कभी हार नहीं होती। गोता सिंधु में गोता खोर लगाता है, जा जाकर खाली हाथ वो लौटाता है, मिलते न सहजे मोती उसे गहरे पानी में, बढ़ता दूना उम्मा इसी हैरानी में,
मुट्ठी उसकी खाली हर बार नहीं होती और कोशिश करने वालों की कभी हार नहीं होती। असफलता एक चुनौती है, उसे स्वीकार करो। क्या कमी रह गई सोचो और सुधार करो। जब तक ना हो सफल तुम, नींद चैन की त्यागो तुम। संघर्षों का मैदान छोड़ मत भागो तुम। कुछ किए बगैर जय जयकार नहीं होती और कोशिश करने वालों की कभी हार नहीं होती। So this beautiful poem is written by Edgar A. Guest. Thank you very much for watching this video. ਇਹ ਦੋ ਵੀਡੀਓਜ਼ ਮੈਂ ਤੁਹਾਡੇ ਲਈ ਹੋਰ ਸਿਲੈਕਟ ਕੀਤੀਆਂ। ਉਮੀਦ ਹੈ ਤੁਹਾਨੂੰ ਇਹ ਵੀ ਪਸੰਦ ਆਣਗੀਆਂ। ਨਾਲ ਹੀ ਤੁਹਾਡੇ ਨਾਲ ਸੰਬੰਧਿਤ ਹੈ ਪਲੇਲਿਸਟ ਵੀ ਮੈਂ ਅਟੈਚ ਕਰ ਦਿੱਤੀ ਹੈ। ਉਮੀਦ ਹੈ ਤੁਹਾਨੂੰ ਮੇਰੇ ਵੱਲੋਂ ਕੀਤੀਆਂ ਜਾਣ ਵਾਲੀਆਂ ਇਹ ਐਫਰਟਸ ਜ਼ਰੂਰ ਪਸੰਦ ਆ ਰਹੀਆਂ ਹੋਣਗੀਆਂ। ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੋਗੇ। ਥੈਂਕ ਯੂ ਵੈਰੀ ਮੱਚ। ਮਿਲਦੇ ਹਾਂ ਅਗਲੀ ਵੀਡੀਓ ਵਿੱਚ।